ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਕੇ ਸੇਵਕ ਕਉ ਸਦਾ ਆਨੰਦੇ ਰਹਾਉ। ਮੁਕੰਦ ਮੁਕੰਦ ਹਮਾਰੇ ਪ੍ਰਾਨੰ, ਜਪ ਮੁਕੰਦ ਮਸਤਕ ਨਿਸ਼ਾਨੰ। ਸੇਵ ਮੁਕੰਦ ਕਰੈ ਬੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਦੀ। ਏਕ ਮੁਕੰਦ ਕਰੈ ਉਪਕਾਰ, ਹਮਰਾ ਕਹਾ ਕਰੈ ਸੰਸਾਰ। ਮਿਟੀ ਜਾਤ ਹੁਏ ਦਰਬਾਰ, ਤੁਹੀ ਮੁਕੰਦ ਜੋਗ ਜੁਗ ਤਾਰ। ਉਪਜਿਓ ਗਿਆਨ ਹੁਆ ਪ੍ਰਗਾਸ਼, ਕਰ ਕਿਰਪਾ ਲੀਨੇ ਕੀਟ ਦਾਸ। ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ, ਜਪ ਮੁਕੰਦ ਸੇਵਾ ਤਾਹੂ ਕੀ। ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ, ਜਪ ਮੁਕੰਦ ਸੇਵਾ ਤਾਹੂ ਕੀ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੁੜ ਮਿਲ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਪਾਵਨ ਸ਼ਬਦ, ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਪਿਛਲੇ ਸਮੇਂ ਤੋਂ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ। ਉਸੇ ਲੜੀ ਤਹਿਤ ਅੱਜ ਦਾ ਪਾਵਨ ਸ਼ਬਦ ਬਾਬਾ ਰਵਿਦਾਸ ਸਾਹਿਬ ਜੀ ਦਾ ਗੋਂਡ ਰਾਗ ਦੇ ਵਿੱਚੋਂ ਆਪ ਜੀ ਨੇ ਪਾਠ ਰੂਪ ਵਿੱਚ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 875 ਪੰਨੇ ਦੇ ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਆਓ ਪਾਵਨ ਸ਼ਬਦ ਦੇ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਲਵਾਓ ਹਾਜ਼ਰੀ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ। ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਾਉ ਵਾਲੇ ਬੰਦ ਦੇ ਅੰਦਰ ਬਾਬਾ ਰਵਿਦਾਸ ਸਾਹਿਬ ਕਿਰਪਾ ਕਰ ਰਹੇ ਆ। ਕਹਿੰਦੇ ਜੀਵਤ ਮੁਕੰਦੇ ਮਰਤ ਮੁਕੰਦੇ, ਤਾਕੇ ਸੇਵਕ ਕੋ ਸਦਾ ਆਨੰਦੇ।
ਮੁਕੰਦ ਦਾ ਮਤਲਬ ਹੁੰਦਾ ਹੈ ਮੁਕਤੀ ਦਾਤਾ, ਮੁਕਤੀ ਦੇਣ ਵਾਲਾ। ਤਾਂ ਕਿ ਸੇਵਕ ਕੋ ਸਦਾ ਆਨੰਦੇ। ਆਨੰਦ ਦਾ ਮਤਲਬ ਹੁੰਦਾ ਹੈ ਖੁਸ਼ੀ, ਵਿਕਾਸ, ਖੇੜਾ। ਹੁਣ ਇੱਕ ਸਾਡਾ ਸੁੱਖ ਤੇ ਦੁੱਖ ਜਿਹੜਾ ਸਾਡੇ ਜੀਵਨ ਦੇ ਨਾਲ ਸੰਬੰਧਿਤ ਹੈ। ਕਿਸੇ ਅਸੀਂ ਵਸਤੂ, ਕਿਸੇ ਧਨ ਦੌਲਤ, ਕਿਸੇ ਮਾਹੌਲ ਦੇ ਵਿੱਚੋਂ ਅਸੀਂ ਖੁਸ਼ੀ ਲੱਭਦੇ ਹਾਂ। ਉਹੀ ਚੀਜ਼ ਜਦੋਂ ਪਾਸੇ ਹੋ ਜਾਂਦੀ ਹੈ, ਜਦੋਂ ਉਹਦਾ ਸਮਾਂ ਬਤੀਤ ਹੋ ਜਾਂਦਾ, ਫਿਰ ਅਸੀਂ ਉਸੇ ਚੀਜ਼ ਨੂੰ ਲੈ ਕੇ ਦੁਖੀ ਵੀ ਹੁੰਦੇ ਹਾਂ। ਪਰ ਜਿਹੜੀ ਆਨੰਦ ਦੀ ਅਵਸਥਾ ਹੈ ਨਾ, ਵਿਕਾਸ ਦੀ ਅਵਸਥਾ ਹੈ ਜਿਹੜੀ, ਇਹ ਸਦੀਵੀ ਹੈ। ਹੁਣ ਦੇਖੋ, ਕਿਸੇ ਵੀ ਚੀਜ਼ ਦੇ ਦੋ ਪਹਿਲੂ ਹੁੰਦੇ ਹੈ, ਸੁੱਖ ਤੇ ਦੁੱਖ, ਦਿਨ ਤੇ ਰਾਤ, ਖੁਸ਼ੀ ਗਮੀ, ਸਰਦੀ ਗਰਮੀ। ਹੁਣ ਦੋ ਚੀਜ਼ਾਂ ਨੇ, ਮੰਨ ਲਓ ਆਪੋਜ਼ਿਟ ਹੈ, ਪਰ ਆਨੰਦ ਹੈ ਨਾ ਜਿਹੜਾ, ਇਹਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ। ਆਨੰਦ ਦਾ, ਆਨੰਦ ਜਦੋਂ ਖੇੜਾ ਜਿਸ ਦੀ ਜ਼ਿੰਦਗੀ ਚ ਆ ਜਾਂਦਾ ਹੈ ਨਾ, ਉਹਦਾ ਫਿਰ ਕੋਈ ਵਿਰੋਧੀ ਲਫ਼ਜ਼ ਜਾਂ ਉਹਦੀ ਥਾਂ ਦੇ ਉੱਤੇ ਕੋਈ ਹੋਰ ਅਵਸਥਾ ਆਉਣ ਵਾਲੀ ਨਹੀਂ ਹੈ। ਜਿਹੜੀ ਆਨੰਦ ਦੀ ਅਵਸਥਾ ਹੈ, ਜਿਹਨੂੰ ਸਤਿਗੁਰ ਦੀ ਪਾਵਨ ਬਾਣੀ ਇਹ ਵੀ ਕਹਿੰਦੀ ਹੈ ਵੀ ਨਾਨਕ ਭਗਤਾਂ ਸਦਾ ਵਿਗਾਸ। ਸਦਾ ਵਿਗਾਸ ਵਾਲਾ ਸੁਭਾਅ, ਖੇੜੇ ਵਾਲਾ ਸੁਭਾਅ, ਭਾਵ ਚੜ੍ਹਦੀ ਕਲਾ ਵਾਲਾ ਸੁਨੇਹਾ, ਚੜ੍ਹਦੀ ਕਲਾ ਵਾਲਾ ਜੀਵਨ ਸੁਭਾਅ। ਤੇ ਇਹ ਆਨੰਦ ਦੀ ਅਵਸਥਾ ਹੈ ਜਿਹੜੀ ਪੈਦਾ ਉਦੋਂ ਹੁੰਦੀ ਹੈ ਜਦੋਂ ਮਾਲਕ ਦੇ ਨਾਲ ਜੁੜਿਆ ਜਾਂਦਾ ਹੈ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਮਿਲਦਾ ਹੈ, ਸਤਿਗੁਰੂ ਪਾਇਆ ਜਾਂਦਾ ਹੈ, ਉਹ ਅਵਸਥਾ ਨੂੰ ਆਨੰਦ ਕਿਹਾ ਜਾਂਦਾ ਹੈ। ਖੇੜਾ, ਵਿਗਾਸ, ਸਦਾ ਵਾਲਾ। ਹੁਣ ਸਤਿਗੁਰੂ ਬਾਬਾ ਰਵਿਦਾਸ ਸਾਹਿਬ ਜਿਹੜੀ ਬਖਸ਼ਿਸ਼ ਕਰ ਰਹੇ ਆ, ਜੀਵਤ ਮੁਕੰਦੇ ਮਰਤ ਮੁਕੰਦੇ। ਕਹਿੰਦੇ ਜੋ ਬੰਦਗੀ ਕਰਨ ਵਾਲਾ ਹੈ ਨਾ, ਉਹ ਹਮੇਸ਼ਾ ਹੀ ਜੀਵੰਤ ਮੁਕੰਦੇ, ਮਰਤ ਮੁਕੰਦੇ, ਜਿਉਂਦਿਆਂ ਮਰਦਿਆਂ ਉਸ ਮਾਲਕ ਨੂੰ ਆਰਾਧਦਾ, ਉਸ ਮੁਕਤੀ ਦਾਤੇ ਨੂੰ ਆਰਾਧਦਾ। ਭਾਰਤੀ ਫਿਲਾਸਫੀ ਹੈ ਨਾ ਜਿਹੜੀ, ਜਾਂ ਇੱਥੋਂ ਦੇ ਜਿਹੜੇ ਧਾਰਮਿਕ ਗ੍ਰੰਥ ਹੈ, ਉਹ ਮੁਕਤੀ ਦੀ ਵਿਆਖਿਆ ਜਦੋਂ ਕਰਦੇ ਹੈ, ਉਹਨਾਂ ਦਾ ਮੁਕਤੀ ਨੂੰ ਜਿਹੜਾ ਵਾਚਣ ਦਾ ਜਾਂ ਉਹਦੀ ਵਿਆਖਿਆ ਜਿਹੜੀ, ਉਹ ਮਰਨ ਤੋਂ ਬਾਅਦ ਨਾਲ ਜੋੜਦੇ ਆ। ਉਹ ਵੀ ਮਰ ਕੇ ਬੰਦਾ ਕੁਛ ਕਰਮ ਕਾਂਡ ਕਰਕੇ ਉਹਦੇ ਪ੍ਰਤੀ, ਮਰਨ ਵਾਲੇ ਦੇ ਪ੍ਰਤੀ ਜਗ ਹਵਨ ਕਰਵਾ ਕੇ ਉਹਨੂੰ ਮੁਕਤ ਕੀਤਾ ਜਾਂਦਾ ਹੈ। ਪਰ ਜਦੋਂ ਗੁਰਮਤ ਨੇ ਮਾਰਗ ਵਿਖਾਇਆ ਹੈ ਨਾ, ਸਤਿਗੁਰੂ ਕਹਿੰਦੇ ਜਿਉਂਦਿਆਂ ਜੀ ਮੁਕਤ ਹੋਣ ਦੀ ਕੋਸ਼ਿਸ਼ ਕਰ। ਖਲਾਸੀ ਹੈ, ਮੁਕਤੀ ਦਾ ਮਤਲਬ ਹੁੰਦਾ ਖਲਾਸੀ। ਵਿਕਾਰਾਂ ਤੋਂ ਖਲਾਸੀ ਹੋਣੀ, ਵਿਕਾਰਾਂ ਦਾ ਖਹਿੜਾ ਛੁੱਟਣਾ ਹੀ ਅਸਲ ਮੁਕਤੀ ਹੈ। ਇਹ ਮੁਕਤੀ ਹੈ, ਕਿਉਂਕਿ ਇਸੇ ਨੂੰ ਹੀ ਸਤਿਗੁਰੂ ਬੰਧਨ ਕਹਿੰਦੇ ਆ। ਹੁਣ ਪਹਿਲਾਂ ਤਾਂ ਇਹ ਦੇਖੋ, ਆਪਾਂ ਕਹਿੰਦੇ ਵੀ ਮੁਕਤ ਹੋਣਾ ਬੰਦੇ ਨੇ, ਇਹ ਸਾਨੂੰ ਪਤਾ ਵੀ ਮੁਕਤ ਹੋਣਾ ਕਾਹਦੇ ਤੋਂ ਹੈ। ਆ ਸਰੀਰ ਛੱਡ ਕੇ ਚਲੇ ਗਏ, ਇਹਨੂੰ ਮੁਕਤ ਹੋਣਾ ਥੋੜੀ ਕਹਿੰਦੇ ਆ। ਸਾਨੂੰ ਪਹਿਲਾਂ ਬੰਧਨਾਂ ਦਾ ਅਹਿਸਾਸ ਹੋਣਾ ਚਾਹੀਦਾ ਨਾ, ਫੇਰ ਹੀ ਪਤਾ ਲੱਗੂ ਨਾ ਵੀ ਮੁਕਤ ਹੋਣਾ ਕਿਹਦੇ ਤੋਂ ਹੈ। ਤੇ ਸਤਿਗੁਰੂ ਦੀ ਪਾਵਨ ਬਾਣੀ ਦੇ ਬੜੇ ਪਿਆਰੇ ਉਪਦੇਸ਼ ਆ। ਸਤਿਗੁਰੂ ਕਹਿੰਦੇ ਇਹਨੂੰ ਇੱਥੇ ਵਿਕਾਰਾਂ ਦੇ ਬੰਧਨ ਪਏ ਹੋਏ ਆ। ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇਵੀ। ਜ਼ੰਜੀਰਾਂ, ਬੰਧਨ, ਇਹਨੂੰ ਬੰਦਸ਼ਾਂ ਨੇ ਜਿਹੜੀਆਂ, ਉਹ ਵਿਕਾਰਾਂ ਦੀਆਂ ਨੇ, ਉਹ ਪਈਆਂ ਹੋਈਆਂ ਨੇ, ਵਿਸ਼ੇ ਵਿਕਾਰਾਂ ਦੀਆਂ। ਦੇਖੋ ਸਾਡੇ ਸਮਾਜ ਦੇ ਨਾ ਹਾਲਾਤ ਹੈ, ਅਸੀਂ ਬੰਧਨਾਂ ਨੂੰ ਖੁੱਲ੍ਹ ਕੇ ਜਿਉਣਾ ਸਮਝ ਰਹੇ ਹਾਂ। ਜਿਹੜਾ ਬੰਦਾ ਕਿਸੇ ਔਗਣ ਦੇ ਅਧੀਨ ਹੈ ਨਾ, ਹੁਣ ਦੇਖੋ ਤੁਸੀਂ ਆਮ ਸਮਝੋ, ਜਿਹੜੇ ਬੰਦੇ ਨੂੰ ਖਾਣ ਪੀਣ, ਨਸ਼ੇ ਕਰਨ ਦੀ ਆਦਤ ਹੋਵੇ, ਹੁਣ ਉਹ ਹੈ ਮਜਬੂਰ, ਉਹ ਤੋਂ ਰਿਹਾ ਨਹੀਂ ਜਾਂਦਾ। ਪਰ ਜੇ ਉਹਨੂੰ ਕੋਈ ਰੋਕੇ ਤਾਂ ਅੱਗੋਂ ਬੰਦਾ ਇਹ ਜਵਾਬ ਦਿੰਦਾ, ਉਹਦੇ ਕੋਲ ਆਰਗੂਮੈਂਟ ਹੈ, ਕਹਿੰਦਾ ਜੀ 4 ਦਿਨ ਨੇ ਜਿਉਣ ਦੇ, ਖੁੱਲ੍ਹ ਦਿਲੀ ਨਾਲ ਜਿਉਂ ਲੈਣ ਦਿਓ ਮੈਨੂੰ। ਪਰ ਉਹਨੂੰ ਇਹ ਨਹੀਂ ਪਤਾ ਵੀ ਉਹ ਫਸਿਆ ਹੋਇਆ ਉਸ ਚੀਜ਼ ਦੇ ਵਿੱਚ, ਉਹ ਬੰਧਨ ਪਿਆ ਹੋਇਆ ਹੈ। ਉਹਨੂੰ ਵਿਸ਼ੇ ਵਿਕਾਰਾਂ ਦਾ, ਨਸ਼ਿਆਂ ਦਾ ਉਹਨੂੰ ਬੰਧਨ ਹੈ। ਕੱਲਾ ਨਸ਼ਾ ਨਹੀਂ ਹੈ, ਹੋਰ ਅਨੇਕਾਂ ਨੇ। ਕੋਈ ਬੰਦਾ ਮਾੜੇ ਕਰਮਾਂ ਵਾਲਾ ਹੈ, ਮਾੜੇ ਕੁਕਰਮਾਂ ਵਾਲਾ ਹੈ, ਕਰਦਾ ਹੈ,
ਵਾਰ-ਵਾਰ ਉਹਨੂੰ ਰੋਕਿਆ ਜਾਂਦਾ, ਭਲਿਆ ਨਾ ਇਹ ਕਰ। ਬੰਦਾ ਕਹਿੰਦਾ ਜੀ ਨਹੀਂ, ਮੇਰੀ ਜ਼ਿੰਦਗੀ ਹੈ, ਮੈਂ ਕਰਾਂਗਾ। ਪਰ ਉਹਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ ਵੀ ਇਹ ਬੰਧਨ ਹੈ। ਉਹਨੂੰ ਐਂ ਲੱਗਦਾ ਵੀ ਇਸੇ ਨੂੰ ਅਸੀਂ ਖੁੱਲ੍ਹ ਕੇ ਜਿਉਣਾ ਸਮਝ ਰਹੇ ਹਾਂ। ਬੰਧਨਾਂ ਦੀ ਸਾਨੂੰ ਪਰਖ ਹੀ ਕੋਈ ਨਹੀਂ ਹੈ। ਤੇ ਸਤਿਗੁਰੂ ਦੱਸਦੇ ਆ ਵੀ ਜਿੰਨੇ ਔਗਣ ਹੈ ਸਾਰੇ ਬੰਧਨ ਹੀ ਤਾਂ ਹੈਗੇ ਆ। ਤੇ ਇਹ ਬੰਧਨ ਜਿੰਨੇ ਔਗਣ ਹੈ, ਜਿਹਨੂੰ ਅੱਜ ਤੂੰ ਕਹਿੰਦਾ ਨਾ ਖੁੱਲ੍ਹ ਦਿਲੀ, ਵੀ ਖੁੱਲ੍ਹ ਕੇ ਜਿਉਣਾ, ਆਪਣੀ ਮਨ ਮਰਜ਼ੀ ਨਾਲ ਜਿਉਣਾ। ਜਿਹੜੇ ਦੁਨਿਆਵੀ ਦੁੱਖ ਸੁੱਖ ਹੈ ਨਾ, ਆਪਾਂ ਸਮਝਦੇ ਨੇ ਵੀ ਸੁੱਖ ਹੋਵੇ ਮੇਰੇ ਕੋਲ, ਮੈਂ ਸੁੱਖਾਂ 'ਚ ਜ਼ਿੰਦਗੀ ਬਤੀਤ ਕਰਨੀ, ਕੀ ਲੈ ਜਾਣਾ ਸੁੱਖਾਂ 'ਚ ਜ਼ਿੰਦਗੀ ਬਤੀਤ ਕਰਾਂ। ਸੁੱਖ ਦਾ ਦੂਸਰਾ ਜਿਹੜਾ ਪੱਖ ਹੈ ਨਾ, ਜਾਂ ਸੁੱਖ ਦਾ ਦੂਸਰਾ ਆਪਣਾ ਦੁੱਖ ਹੈ, ਕਦੇ ਸਮਝ ਲਓ ਸੁੱਖ ਤੋਂ ਬਾਅਦ ਦੁੱਖ ਆਉਣਾ ਹੀ ਆਉਣਾ। ਤਾਂ ਹੀ ਤਾਂ ਸਤਿਗੁਰ ਦੀ ਪਾਵਨ ਬਾਣੀ ਦੇ ਬੋਲ ਹੈ ਨਾ, ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਯਤਨ ਸੁੱਖ ਦੇ ਹੁੰਦੇ ਆ ਸਾਰੇ, ਪਰ ਉਹ ਜਿੰਨਾ ਚਿਰ ਭੋਗਦਾ ਸੁੱਖਾਂ ਨੂੰ ਭੋਗਦਾ, ਉਦੋਂ ਬਾਅਦ ਉਹੀ ਸੁੱਖ ਉਹਦੇ ਸਾਹਮਣੇ ਦੁੱਖ ਬਣ ਕੇ ਵੀ ਖੜੇ ਹੁੰਦੇ ਆ। ਅੱਜ ਬੰਦਾ ਜ਼ਿੰਦਗੀ ਸੁੱਖਾਂ ਨਾਲ ਬਤੀਤ ਕਰਨੀ ਚਾਹੁੰਦਾ ਹੈ, ਯਤਨ ਬਹੁਤ ਕਰ ਰਿਹਾ, ਕੋਸ਼ਿਸ਼ਾਂ ਕਰ ਰਿਹਾ। ਉਹਨੂੰ ਗੁਰਮਤ ਦਾ, ਉਹਨੂੰ ਗੁਰਬਾਣੀ ਦਾ ਮਾਰਗ ਦੱਸੋ, ਉਹ ਕਹਿੰਦਾ ਜੀ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਮੈਂ ਜ਼ਿੰਦਗੀ ਜਿਉਣੀ ਹੈ, ਮੇਰੇ ਅਜੇ ਹੱਸਣ ਖੇਡਣ ਖਾਣ ਪੀਣ ਦੇ ਦਿਨ ਹੈ। ਜੇ ਬੱਚਿਆਂ ਨੂੰ ਜੋੜੀਏ, ਕਹਿੰਦੇ ਜੀ ਅਜੇ ਤਾਂ ਇਹਨਾਂ ਦੀ ਉਮਰ ਕੋਈ ਨਹੀਂ ਹੈ, ਅੱਜ ਇਹਨਾਂ ਨੂੰ ਜਿਉਂ ਲੈਣ ਦਿਓ। ਹਜੇ ਗੁਰਬਾਣੀ ਪੜ੍ਹ ਕੇ ਕੀ ਲੈਣਾ ਹੈ, ਹਜੇ ਗੁਰੂ ਵਾਲੇ ਬਣ ਕੇ ਕੀ ਲੈਣਾ ਹੈ। ਪਰ ਇਸ ਗੱਲ ਨੂੰ ਸਮਝਿਓ, ਕੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ। ਹੋ ਸਕਦਾ ਜਿਹਨੂੰ ਅੱਜ ਤੁਸੀਂ ਖੁੱਲ੍ਹ ਦਿਲੀ ਕਹਿ ਰਹੇ ਹੋ, ਖੁੱਲ੍ਹ ਕੇ ਜਿਉਣਾ ਕਹਿ ਰਹੇ ਹੋ, ਕੱਲ ਨੂੰ ਉਹ ਬਹੁਤ ਵੱਡਾ ਦੁੱਖ ਵੀ ਬਣ ਜਾਵੇ। ਅੱਜ ਬੱਚੇ ਹੱਥ ਵਿੱਚ ਹੈ, ਅੱਜ ਕੰਟਰੋਲ ਵਿੱਚ ਹੈ, ਕੱਲ ਦਾ ਕੋਈ ਪਤਾ ਨਹੀਂ। ਸਤਿਗੁਰੂ ਨਾ ਕਰੇ ਏਦਾਂ, ਭਾਣਾ ਨਾ ਵਾਪਰੇ ਏਦਾਂ, ਪਰ ਸਾਨੂੰ ਕੱਲ ਦਾ ਕੁਝ ਵੀ ਨਹੀਂ ਪਤਾ। ਤੇ ਮੈਂ ਇਸ ਸਮਾਜ ਦੇ ਅੰਦਰ ਮਾਂ-ਬਾਪ ਇਹੋ ਜਿਹੇ ਰੋਂਦੇ ਵੇਖੇ ਬਾਅਦ ਦੇ ਵਿੱਚ, ਕਹਿੰਦੇ ਜੀ ਪਹਿਲਾਂ ਬੜੀ ਖੁੱਲ੍ਹ ਦੇ ਦਿੱਤੀ ਸੀ, ਪਹਿਲਾਂ ਹੀ ਨਹੀਂ ਸਾਂਭਿਆ ਗਿਆ। ਲਾਡ ਪਿਆਰ ਨੇ, ਦੇਖੋ ਮਾੜਾ ਨਹੀਂ ਹੈ ਬੱਚਿਆਂ ਦੇ ਨਾਲ ਪਿਆਰ ਕਰਨਾ, ਪਰ ਲਾਡ ਪਿਆਰ ਨੇ ਸਾਨੂੰ ਅੰਨਾ ਕਰ ਦਿੱਤਾ ਸੀ ਵੀ ਇਹ ਜਿਸ ਰਸਤੇ ਇਹ ਪੈ ਰਿਹਾ ਉਹ ਗਲਤ ਹੋ ਸਕਦਾ ਹੈ। ਇਹੋ ਜਿਹਾ ਕੁਛ ਵਾਪਰਿਆ, ਸਾਡੇ ਸਾਹਮਣੇ ਉਦਾਹਰਨਾਂ ਨੇ, ਆਮ ਹੀ ਹੈ ਇਹੋ ਜਿਹੀਆਂ ਉਦਾਹਰਨਾਂ। ਪਰ ਗੱਲ ਹੈ ਸਤਿਗੁਰੂ ਕਹਿੰਦੇ ਸਮਝ ਜਾ, ਤੇਰੇ ਤੱਕ ਨਾ ਇਹ ਘਟਨਾ ਪਹੁੰਚੇ, ਤੂੰ ਸਮਝ ਪਹਿਲਾਂ। ਹੁਣ ਜਿੰਨੇ ਸਾਡੇ ਵਿਕਾਰ ਨੇ, ਵਿਸ਼ੇ ਵਿਕਾਰ ਨੇ, ਇਹਨਾਂ ਤੋਂ ਮੁਕਤ ਹੋਣ ਨੂੰ ਸਤਿਗੁਰੂ ਮੁਕਤੀ ਕਹਿੰਦੇ ਆ। ਤੇ ਇਸੇ ਨੂੰ ਹੀ ਸਤਿਗੁਰ ਦੀ ਪਾਵਨ ਬਾਣੀ ਦੇ ਬੋਲ ਨੇ ਨਾ, ਸਤਿਗੁਰੂ ਬਖਸ਼ਿਸ਼ ਕਰਦੇ ਆ, ਕਹਿੰਦੇ ਮਰਨ ਤੋਂ ਬਾਅਦ ਦੀ ਮੁਕਤੀ ਤੋਂ ਮੈਂ ਕੀ ਲੈਣਾ, ਇੱਥੇ ਮੁਕਤ ਕਰ ਮੈਨੂੰ ਇਹ ਸਤਿਗੁਰੂ। ਮਰਨ ਵਾਲੀ ਮੁਕਤੀ ਨੂੰ ਮੈਂ ਨਹੀਂ ਜਾਣਦਾ, ਇੱਥੇ ਮੁਕਤ ਕਰ ਦੇ ਮੈਨੂੰ, ਇੱਥੇ ਸਮਾਜ ਦੇ ਅੰਦਰ। ਦੇਖੋ ਇੱਕ ਦਿਨ ਪਹਿਲਾਂ ਵੀ ਆਪਣੀ ਵਿਚਾਰ ਹੋਈ ਸੀ, ਗੁਰਮਤ ਰੋਕਦੀ ਨਹੀਂ ਹੈ, ਖੁੱਲ੍ਹ ਕੇ ਜਿਉਣ ਤੋਂ ਰੋਕਦੀ ਨਹੀਂ ਹੈ। ਜ਼ਿੰਦਗੀ ਦਾ ਆਨੰਦ ਮਾਣੋ, ਕਦੇ ਵੀ ਨਹੀਂ ਰੋਕਿਆ। ਕਮਾਓ, ਖਾਓ, ਪੀਓ, ਐਸ਼ ਕਰੋ। ਜ਼ਿੰਦਗੀ ਮਿਲੀ ਹੈ ਐਸ਼ ਕਰਨ ਵਾਸਤੇ ਹੈ। ਜਿੰਨੇ ਦੁਨੀਆ ਦੇ ਰੰਗ ਤਮਾਸ਼ੇ ਵੇਖੋ, ਪਰ ਅਸੀਂ ਜਿਵੇਂ ਪਾਵਨ ਬਾਣੀ ਦੇ ਬੋਲ ਹੈ ਨਾ ਵੀ ਮਨ ਨੂੰ ਜ਼ਹਿਰ ਚੰਗਾ ਲੱਗਦਾ, ਮਾੜੇ ਵੱਲ ਨੂੰ ਛੇਤੀ ਦੌੜਦਾ ਹੈ, ਗਲਤ ਨੂੰ ਛੇਤੀ ਫੜਦਾ ਹੈ। ਮਾਇਆ ਦਾ ਪ੍ਰਭਾਵ ਇਹਦੇ ਉੱਤੇ ਛੇਤੀ ਪੈ ਜਾਂਦਾ ਹੈ, ਮਾਇਆ ਦੇ ਨਾਲ ਇਹਦੀ ਪਕੜ ਮਜ਼ਬੂਤ ਬਣਦੀ ਹੈ, ਉਧਰ ਨੂੰ ਜ਼ਿਆਦਾ ਛੇਤੀ ਪ੍ਰਭਾਵ ਪੈਂਦਾ ਹੈ। ਤੇ ਹੁਣ ਉਸ ਚੀਜ਼ ਨੂੰ ਇਹ ਸਵੀਕਾਰ ਕਰਦਾ, ਕਹਿੰਦੇ ਖੌਰੇ ਇਸੇ ਨੂੰ ਖੁੱਲ੍ਹ ਦਿਲੀ ਕਿਹਾ ਗਿਆ। ਨਹੀਂ, ਜ਼ਿੰਦਗੀ ਕਾਨੂੰਨ ਦੇ ਵਿੱਚ ਹੋਵੇ ਨਾ, ਭਾਣੇ ਦੇ ਵਿੱਚ ਹੋਵੇ, ਮਾਲਕ ਦੀ ਰਜ਼ਾ ਵਿੱਚ ਹੋਵੇ, ਤਾਂ ਵੀ ਜਿਉਇਆ ਜਾ ਸਕਦਾ। ਜਿਹੜੇ ਗੁਰੂ ਵਾਲੇ ਬਣੇ ਆ, ਜਿਹੜੇ ਅੰਮ੍ਰਿਤ ਪਾਨ ਕਰਕੇ ਖੰਡੇ ਕੀ ਪਹੁਲ ਲੈ ਕੇ ਸਿੱਖੀ ਲਿਬਾਸ ਵਿੱਚ ਆਏ ਆ, ਜਿਹੜੇ ਬਾਣੀ ਪੜ੍ਹਦੇ ਆ, ਉਹਨਾਂ ਨੂੰ ਕਦੇ ਪੁੱਛ ਕੇ ਵੇਖੋ ਵੀ ਕਿਸੇ ਨੇ ਗਲਾ ਘੋਟਤਾ ਤੁਹਾਡਾ? ਪਹਿਲਾਂ ਨਾਲੋਂ ਕਿਵੇਂ ਅਹਿਸਾਸ ਕਰਦੇ ਹੋ? ਬੰਦਾ ਕਹਿੰਦਾ ਪਹਿਲਾਂ ਨਾਲੋਂ ਬਹੁਤ ਵਧੀਆ, ਕਿਉਂਕਿ ਉਹਦਾ ਅਹਿਸਾਸ ਉਸੇ ਨੂੰ ਹੋਵੇਗਾ ਨਾ। ਕਿਉਂ ਵਧੀਆ? ਪਹਿਲਾਂ ਨਸ਼ੇ ਕਰਦੇ ਸੀ, ਸ਼ਰਾਬਾਂ ਪੀਂਦੇ ਸੀ,
ਚੱਕ ਕੇ ਲਿਆਉਣਾ ਪੈਂਦਾ ਸੀ, ਕੋਈ ਸਿੱਧੇ ਮੂੰਹ ਬੁਲਾ ਕੇ ਰਾਜੀ ਨਹੀਂ ਸੀ, ਕਿਸੇ ਰਿਸ਼ਤੇਦਾਰੀ ਵਿੱਚ ਕਦਰ ਨਹੀਂ ਸੀ। ਹੁਣ ਉਹੀ ਬੰਦਾ ਕਦਰ ਵੀ ਪੈਂਦੀ ਹੈ। ਬੰਦਾ ਕਹਿੰਦਾ ਵੀ ਸਿੱਖੀ ਸਰੂਪ ਵਾਲਾ ਬਣ ਗਿਆ, ਬੰਧਨਾਂ ਤੋਂ ਮੁਕਤ ਹੋਇਆ ਹੈ ਬੰਦਾ। ਪਰ ਸਾਨੂੰ ਪਰਖ ਇਹ ਕਰਨੀ ਪੈਣੀ ਵੀ ਬੰਧਨ ਹੈਗੇ ਕਿਹੜੇ ਨੇ। ਆਜ਼ਾਦ ਸਤਿਗੁਰ ਦੀ ਪਾਵਨ ਬਾਣੀ ਕਰਦੀ ਹੈ ਸਾਨੂੰ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਆਜ਼ਾਦ ਹੀ ਤਾਂ ਕਰਦੀ ਹੈ ਸਾਨੂੰ। ਆਹ ਜ਼ਿੰਦ ਨੂੰ ਪਤਾ ਨਹੀਂ ਕਿੰਨੇ ਕੁ ਬੰਧਨ ਅਸੀਂ ਪਾਏ ਹੋਏ ਹੈ, ਪਤਾ ਨਹੀਂ ਗਲ ਵਿੱਚ ਰੱਸੀ ਪਾ ਕੇ ਅਸੀਂ ਕਿਹਦੇ ਕਿਹਦੇ ਹੱਥ ਫੜਾਈ ਹੋਈ ਹੈ। ਜਿਹੜਾ ਜਿਵੇਂ ਮਰਜ਼ੀ ਸਾਨੂੰ ਵਰਤੇ, ਜਿਵੇਂ ਮਰਜ਼ੀ ਚਲਾਵੇ। ਕੱਲੇ ਨਸ਼ੇ ਵਿਸ਼ੇ ਵਕਾਰ ਨਹੀਂ ਮੈਂ ਕਹਿ ਰਿਹਾ, ਕਰਮ ਕਾਂਡ ਵੀ ਐਵੇਂ ਦੇ ਹੈ। ਇੱਕ ਦੀ ਬਦੌਲਤ ਇੱਕ ਨੂੰ ਛੱਡੋ, ਅਸੀਂ ਪਤਾ ਨਹੀਂ ਅਨੇਕਾਂ ਨੂੰ ਮੰਨਦੇ ਆ ਨਾ ਜਦੋਂ, ਇਹ ਵੀ ਤਾਂ ਬੰਧਨ ਹੀ ਹੈ। ਤੇ ਕਦੇ ਗੁਰੂ ਵਾਲੇ ਬਣ ਕੇ ਵੇਖੋ, ਗੁਰੂ ਇਹਨਾਂ ਸਾਰੇ ਬੰਧਨਾਂ ਨੂੰ ਪਾਸੇ ਕਰ ਦਿੰਦਾ, ਜ਼ਿੰਦਗੀ ਨਿਊਟਰਲ ਕਰਦਾ ਹੈ। ਸਤਿਗੁਰੂ ਮੁਕਤੀ ਦਾ ਦਾਤਾ ਹੈ। ਤੇ ਆਓ ਕੋਸ਼ਿਸ਼ ਕਰੋ ਮੁਕਤੀ ਮੰਗੀਏ ਵੀ ਸਤਿਗੁਰੂ ਇੱਥੇ ਮੁਕਤ ਕਰਦੇ ਸਾਨੂੰ। ਮਰਨ ਤੋਂ ਬਾਅਦ ਤਾਂ ਕਿਸੇ ਨੇ ਵੇਖਿਆ ਹੀ ਕੋਈ ਨਹੀਂ ਵੀ ਮੁਕਤ ਕਿਵੇਂ ਹੋਈਦਾ ਹੈ। ਇੱਥੇ ਮੁਕਤ, ਇਹ ਮੁਕਤੀ ਦਾ ਦਾਤਾ ਹੈ। ਤੇ ਜਿਹੜੇ ਉਸ ਮਾਲਕ ਜੀ ਦੇ ਨਾਲ ਜੁੜ ਜਾਂਦੇ ਨੇ ਨਾ, ਜੀਵਤ ਮੁਕੰਦੇ ਮਰਤ ਮੁਕੰਦੇ, ਜਿਉਂਦਿਆਂ ਮਰਦਿਆਂ। ਜਿਉਂਦਿਆਂ ਮਰਦਿਆਂ ਦਾ ਮਤਲਬ ਇਹ ਹੈ ਵੀ ਹਰ ਵਕਤ ਆਪਾਂ ਆਮ ਮੁਹਾਵਰਾ ਸਮਾਜ ਵਿੱਚ ਵਰਤਦੇ, ਜਿਉਂਦਿਆਂ ਮਰਦਿਆਂ ਉਹਨੂੰ ਯਾਦ ਕਰਦਾ। ਮੈਂ ਤਾਂ ਜਿਉਂਦਿਆਂ ਮਰਦਿਆਂ ਵੀ ਉਹਨੂੰ ਚੇਤੇ ਰੱਖੂੰਗਾ। ਜਾਂ ਆਪਾਂ ਕਿਸੇ ਨੇ ਕੋਈ ਅਹਿਸਾਨ ਕੀਤਾ ਹੋਵੇ, ਮੈਂ ਤਾਂ ਜਿਉਂਦਿਆਂ ਮਰਦਿਆਂ ਯਾਦ ਰੱਖੂ, ਮਰਨ ਤੱਕ ਯਾਦ ਰੱਖੂ, ਸਵੇਰੇ ਸ਼ਾਮ ਮੈਂ ਯਾਦ ਰੱਖਦਾ। ਉਹਦਾ ਮਤਲਬ ਇਹ ਵੀ ਲਗਾਤਾਰ, ਸਦੀਵ, ਸਦਾ। ਤੇ ਜਿਹੜੇ ਉਸ ਮਾਲਕ ਦੇ ਨਾਲ ਜੁੜ ਪੈਂਦੇ ਆ, ਜੀਵਤ ਮੁਕੰਦੇ ਮਰਤ ਮੁਕੰਦੇ, ਉਹ ਮੁਕਤੀ ਦੇ ਦਾਤੇ ਨੂੰ ਆਰਾਧ ਲੈਂਦੇ ਆ। ਭਾਵ ਅਰਥ ਇਹ ਹੈ ਜਿਹੜੇ ਹਮੇਸ਼ਾ ਜਿਉਂਦਿਆਂ ਮਰਦਿਆਂ, ਭਾਵ ਜਿੱਦਣ ਤੋਂ ਜਨਮ ਹੋਇਆ ਮਰਨ ਤੱਕ ਦੀ ਉਡੀਕ ਤੱਕ ਜਿਹੜੇ ਉਹਦੇ ਭਾਣੇ ਵਿੱਚ ਹੈ, ਉਹ ਸਦਾ ਖੇੜੇ ਆਨੰਦ ਵਿੱਚ ਹੀ ਰਹਿੰਦੇ ਹੈ ਹਮੇਸ਼ਾ। ਰਹਾਉ ਵਾਲਾ ਬੰਦ ਸੀ। ਤੇ ਪਹਿਲੇ ਬੰਦ ਵਿੱਚ ਬਾਬਾ ਰਵਿਦਾਸ ਸਾਹਿਬ ਬਖਸ਼ਿਸ਼ ਕਰ ਰਹੇ, ਕਹਿੰਦੇ ਮੁਕੰਦ ਮੁਕੰਦ ਜਪਹੁ ਸੰਸਾਰ। ਮੁਕੰਦ ਮੁਕੰਦ, ਮੁਕਤੀ ਦਾਤਾ, ਮੁਕਤੀ ਵਿਦਾਤਾ ਹੈ ਜਿਹੜਾ, ਉਹਨੂੰ ਜਪੋ। ਜਪਣ ਦਾ ਮਤਲਬ ਉਹਨੂੰ ਆਰਾਧੋ, ਉਹਨੂੰ ਚੇਤੇ ਰੱਖੋ, ਉਹਨੂੰ ਯਾਦ ਰੱਖੋ। ਤੇ ਇੱਕ ਦਿਨ ਸਮਝਿਆ ਸੀ ਆਪਾਂ, ਯਾਦ ਰੱਖਣ ਦਾ ਮਤਲਬ ਹੁੰਦਾ ਹੈ ਉਹਦੇ ਨਾਲ ਬੋਲ ਚਾਲ, ਉਹਦੇ ਨਾਲ ਗੱਲਾਂ ਬਾਤਾਂ, ਉਹਦਾ ਅਹਿਸਾਸ। ਸਿਰਫ ਨਾਮ ਲੈਣਾ ਜ਼ਰੂਰੀ ਨਹੀਂ ਹੁੰਦਾ, ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਬੜੀਆਂ ਲਾਜ਼ਮੀ ਹੁੰਦੀਆਂ ਨੇ। ਮੁਕੰਦ ਮੁਕੰਦ ਜਪਹੁ ਸੰਸਾਰ, ਬਿਨ ਮੁਕੰਦ ਤਨ ਹੋਏ ਆਹਾਰ। ਜੇ ਕਦੇ ਮੁਕਤੀ ਦਾਤਾ ਜ਼ਿੰਦਗੀ ਵਿੱਚੋਂ ਵਿਸਰ ਜਾਵੇ, ਜੀਵਨ ਵਿੱਚੋਂ ਵਿਸਰ ਜਾਵੇ, ਸਤਿਗੁਰੂ ਕਹਿੰਦੇ ਇਹ ਸਰੀਰ ਆਹਾਰ ਹੈ, ਵਿਅਰਥ ਹੈ। ਸਰੀਰ ਦਾ ਮਤਲਬ ਹੈ ਜੀਵਨ ਵਿਅਰਥ ਹੈ ਬੰਦੇ ਦਾ, ਜਿਹਦੀ ਜ਼ਿੰਦਗੀ ਦੇ ਵਿੱਚੋਂ ਮਾਲਕ ਨਿਕਲ ਗਿਆ, ਜਿਹਦੀ ਜ਼ਿੰਦਗੀ ਚੋਂ ਪਾਸੇ ਹੋ ਗਿਆ, ਪਰੇ ਹੋ ਗਿਆ, ਉਹ ਕਿਸੇ ਕੰਮ ਦਾ ਨਹੀਂ। ਭਾਵ ਮਤਲਬ ਸਮਝੋ, ਹੁਣ ਜਿਹਦੀ ਜ਼ਿੰਦਗੀ ਵਿੱਚ ਰੱਬ ਹੈ, ਰੱਬ ਹੋਣ ਦਾ ਮਤਲਬ ਹੈ ਜਿਹਨੂੰ ਉਹਦਾ ਅਦਬ ਸਤਿਕਾਰ ਹੈ, ਜਿਹਨੂੰ ਉਹਦਾ ਭੈ ਹੈ, ਜਿਹਦਾ ਜੀਵਨ ਉਹਦੇ ਭੈ ਦੇ ਵਿੱਚ ਬਤੀਤ ਹੋ ਰਿਹਾ ਹੈ। ਹੁਣ ਜਿਹੜਾ ਉਹਦੇ ਜੀਵਨ ਉਹਦੇ ਭੈ ਦੇ ਵਿੱਚ ਬਤੀਤ ਕਰਦਾ ਹੈ, ਕਰਮ ਆਪਣੇ ਉਹਦੇ ਭਾਣੇ ਵਿੱਚ ਲੈ ਕੇ ਆਉਂਦਾ, ਉਹਦੇ ਕੰਮ ਕਦੇ ਮਾੜੇ ਹੋ ਹੀ ਨਹੀਂ ਸਕਦੇ। ਪਰ ਜਿਹਨੇ ਮਾਲਕ ਨੂੰ ਜ਼ਿੰਦਗੀ ਵਿੱਚੋਂ ਕੱਢ ਦਿੱਤਾ, ਪਾਸੇ ਕਰ ਦਿੱਤਾ, ਉਹਦੇ ਕਰਮ ਮਾੜੇ ਹੋ ਜਾਂਦੇ ਆ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ 12 ਮਾਹਾਂ ਦੇ ਪਹਿਲੇ ਬੰਦ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਸਤਿਗੁਰੂ ਨੇ ਉਦਾਹਰਨਾਂ ਬਖਸ਼ੀਆਂ ਨੇ ਦੋ। ਤੇਨ ਦੁਦਾ ਤੇ ਬਾਹਰੀ ਕਿਤੇ ਨ ਆਵੈ ਕਾਮ, ਜਲ ਬਿਨ ਸ਼ਾਖ ਕਮਲਾਵਤੀ ਉਪਜੈ ਨਾਹੀ ਦਾਮ। ਹੁਣ ਆਪਾਂ ਸਾਰੇ ਪਸ਼ੂ ਪਾਲ ਬੈਠੇ ਆ, ਪਸ਼ੂ ਪਾਲਦੇ ਆ ਘਰਾਂ ਦੇ ਅੰਦਰ। ਮੰਨ ਲਓ ਵੀ ਅਸੀਂ ਪਸ਼ੂ ਪਾਲਦੇ ਆ, 24 ਘੰਟਿਆਂ ਵਿੱਚੋਂ ਬੰਦਾ ਕਿੰਨਾ ਸਮਾਂ ਪਸ਼ੂਆਂ ਦੇ ਲਈ ਕੱਢਦਾ ਹੈ, ਉਹਨਾਂ ਦੇਖਭਾਲ ਕਰਦਾ ਹੈ, ਸਮੇਂ ਸਿਰ ਉਹਨਾਂ ਨੂੰ ਖਾਣ ਨੂੰ ਦਿੰਦਾ ਹੈ, ਪੀਣ ਨੂੰ ਦਿੰਦਾ ਹੈ। ਹੁਣ ਆਸ ਕੀ ਹੈ? ਇਹ ਵੀ ਆਸ ਨੇ ਵੀ ਇਹ ਦੁੱਧ ਦੇਵੇਗੀ। ਪਸ਼ੂ ਰੱਖਿਆ ਹੈ, ਗਾਂ ਮੱਝ ਰੱਖੀ ਹੈ, ਪਸ਼ੂ ਦੀ ਵੀ ਮੰਨ ਲਓ ਦੁੱਧ ਦੇਣਾ ਹੈ ਉਹਨੇ। ਕੋਈ ਢੋਆ ਢੁਆਈ ਵਾਲੇ ਪਸ਼ੂ ਹੈ, ਉਹਦੇ ਤੋਂ ਇਹ ਆਸ ਹੈ ਵੀ ਇਹ ਸਾਡਾ ਢੋਆ ਢੁਆਈ ਦਾ ਕੰਮ ਕਰੇਗਾ, ਵੀ ਕਿਤੇ ਲੈ ਕੇ ਜਾਣਾ ਲਿਆਉਣਾ ਹੈ, ਆਸ ਹੈ ਨਾ। ਇਸ ਬਦੌਲਤ ਹੀ ਰੱਖਦੇ ਹਾਂ ਅਸੀਂ।
ਪਰ ਖਾਣਾ ਪੀਣਾ ਸਮੇਂ ਸਿਰ ਦਿੰਦੇ ਰਹੀਏ, ਪਾਣੀ ਪਿਆਉਂਦੇ ਰਹੀਏ, ਦੇਖਭਾਲ ਕਰਦੇ ਰਹੀਏ, ਦੁੱਧ ਨਾ ਮਿਲੇ ਫਿਰ ਉਹਨੂੰ ਬੰਨ ਕੇ ਵੀ ਕੀ ਕਰਨਾ ਹੈ। ਜੇ ਪਸ਼ੂ ਬੰਨਿਆ ਹੋਇਆ ਕਿਸੇ ਕੰਮ ਨਹੀਂ ਜੇ ਆ ਰਿਹਾ, ਉਹਦੇ ਉੱਤੇ ਮਿਹਨਤ ਲੱਗ ਰਹੀ ਹੈ, ਫਿਰ ਬੰਦਾ ਕਹਿੰਦੇ ਵੀ ਇਹਨੂੰ ਛੱਡੋ ਪਰੇ, ਇਹਦੇ ਉੱਤੇ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਹੈ। ਧੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੈ ਕਾਮ। ਧੇਨ ਦਾ ਮਤਲਬ ਹੁੰਦਾ ਗਾਂ, ਦੁੱਧ ਤੋਂ ਬਾਹਰ ਹੀ ਹੈ। ਜੇ ਦੁੱਧ ਨਹੀਂ ਦੇਣ ਜੋਗੀ ਤਾਂ ਫਿਰ ਕਹਿੰਦੇ ਵੀ ਇਹ ਤੋਂ ਕੋਈ ਕੰਮ ਨਹੀਂ ਲਿਆ ਜਾ ਸਕਦਾ। ਧੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਾਲ ਬਿਨ ਸ਼ਾਖ ਕਮਲਾਵਤੀ। ਫੁੱਲ ਬੂਟੇ ਲਾਉਂਦੇ ਆ ਆਪਾਂ, ਪੌਦੇ ਲਾਉਂਦੇ ਆ, ਕੋਈ ਦਰਖਤ ਲਾਉਂਦੇ ਆ, ਕੋਈ ਫਲਦਾਰ, ਕੋਈ ਸਬਜ਼ੀਆਂ ਵਾਲੇ, ਮਿਹਨਤ ਕਰਦੇ ਆ ਆਪਾਂ, ਦੇਖਭਾਲ ਕਰਦੇ ਆ, ਪਰ ਉਹਨਾਂ ਤੋਂ ਕੋਈ ਫਲ ਪ੍ਰਾਪਤ ਨਾ ਹੋਵੇ, ਕੋਈ ਫੁੱਲ ਨਾ ਕੱਢੇ, ਕੋਈ ਸਬਜ਼ੀ ਨਾ ਦੇਵੇ, ਆਪਾਂ ਕਹਿੰਦੇ ਵੀ ਮਿਹਨਤ ਬੇਕਾਰ ਹੈ ਤੇ ਇਹਦਾ ਕੋਈ ਫਾਇਦਾ ਵੀ ਨਹੀਂ। ਉਹਨੂੰ ਪੱਟ ਕੇ ਹੋਰ ਨਵਾਂ ਲਾ ਦਈਏ, ਬੰਦਾ ਬਦਲ ਦਿੰਦਾ। ਹੁਣ ਇਹੋ ਹੀ ਆ ਤਨ ਹੈ, ਸਰੀਰ ਹੈ, ਇਹ ਤੋਂ ਜੇ ਕੋਈ ਚੰਗਾ ਕੰਮ ਨਹੀਂ ਹੋ ਰਿਹਾ, ਸਤਿਗੁਰੂ ਕਹਿੰਦੇ ਇਹ ਵਿਅਰਥ ਹੈ, ਕੋਈ ਕੰਮ ਨਹੀਂ ਹੈ। ਇਹ ਵੀ ਸਿਰਫ ਪਸ਼ੂਆਂ ਵਾਂਗ ਹੈ। ਪਸ਼ੂ ਦਾ ਤਾਂ ਫਿਰ ਵੀ ਇੱਕ ਗੁਣ ਹੁੰਦਾ, 100 ਚੋਂ ਟਾਵੇਂ ਹੁੰਦੇ ਜਿਹੜੇ ਦੁੱਧ ਨਾ ਦੇਣ, ਉਹਨਾਂ ਦੇ ਵਿੱਚ ਫਿਰ ਵੀ ਗੁਣ ਹੈ, ਖੜ ਖਾਵੇਂ ਅੰਮ੍ਰਿਤ ਦੇ। ਪਰ ਇਹ ਚੰਦਰਾ ਖਾਂਦਾ ਵੀ ਹੈ, ਸਾਰੀ ਜ਼ਿੰਦਗੀ ਚੰਗੇ ਤਰੀਕੇ ਨਾਲ ਜਿਉਂਦਾ ਵੀ ਹੈ, ਪਰ ਇਹਦੇ ਤੋਂ ਜਿਹੜੀ ਆਸ ਸੀ ਉਹ ਕੰਮ ਨਹੀਂ ਇਹਨੇ ਕੋਈ ਕੀਤਾ। ਇਹਨੇ ਮਨੁੱਖਾਂ ਵਾਲੇ ਕੰਮ ਕੀਤੇ ਕੋਈ ਨਹੀਂ, ਇਹਨੇ ਬੰਦਿਆਂ ਵਾਲੇ ਕੰਮ ਕੀਤੇ ਕੋਈ ਨਹੀਂ। ਤੇ ਬਾਬਾ ਜੀ ਕਹਿੰਦੇ ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਆਹਾਰ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਾਰਾ ਪਿਤ ਮਾਤਾ। ਕਹਿੰਦੇ ਪ੍ਰਭੂ ਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰਨ ਵਾਲਾ ਹੈ, ਤੇ ਮੇਰਾ ਮਾਂ ਬਾਪ ਉਹ ਮਾਲਕ ਹੀ ਹੈ, ਉਹ ਮੁਕਤੀ ਦਾ ਦਾਤਾ ਹੀ ਹੈ। ਤੇ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਐ ਦੂਸਰੇ ਬੰਦ ਵਿੱਚ, ਕਹਿੰਦੇ ਮੁਕੰਦ ਮੁਕੰਦ ਹਮਾਰੇ ਪ੍ਰਾਨੰ, ਜਪ ਮੁਕੰਦ ਮਸਤਕ ਨਿਸ਼ਾਨੰ। ਕਹਿੰਦੇ ਪ੍ਰਭੂ ਦਾ ਸਿਮਰਨ, ਪ੍ਰਭੂ ਦੀ ਯਾਦ ਮੇਰੀ ਜਿੰਦ ਦਾ ਆਸਰਾ ਹੈ। ਮੇਰੀ ਜਿੰਦ ਦਾ, ਮੇਰੇ ਪ੍ਰਾਣਾਂ ਦਾ ਜਾਂ ਮੇਰੇ ਜੀਵਨ ਦਾ ਆਸਰਾ ਮਾਲਕ ਦੀ ਯਾਦ ਹੈ। ਭਾਵ ਉਹਦਾ ਨਿਜ਼ਮ ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਜੀਵਨ ਦਾ ਆਸਰਾ ਹੈ। ਉਹਦੇ ਭਾਣੇ ਦੇ ਵਿੱਚ ਮੈਂ ਜ਼ਿੰਦਗੀ ਬਤੀਤ ਕਰ ਰਿਹਾ। ਜਿੱਦਣ ਉਹਦਾ ਭਾਣੇ ਦੇ ਵਿੱਚੋਂ ਮੈਂ ਬਾਹਰ ਆ ਗਿਆ, ਉਦੋਂ ਹੀ ਮੇਰਾ ਮਰਨਾ। ਆਖਾਂ ਜੀਵਾ ਵਿਸਰੈ ਮਰ ਜਾਊਂ। ਹੁਣ ਇਹ ਅਵਸਥਾ ਆਤਮਿਕ ਤਲ ਤੇ ਹੈ, ਜ਼ਮੀਰ ਦਾ ਜੰਮਣ ਮਰਨਾ। ਸਤਿਗੁਰੂ ਕਹਿੰਦੇ ਉਹਦੇ ਭਾਣੇ ਤੋਂ ਬਿਨਾ ਮੇਰਾ ਮਰਨਾ ਹੀ ਹੈ। ਜਿੰਨਾ ਚਿਰ ਉਹ ਯਾਦ ਹੈ ਮੇਰਾ ਜਿਉਣਾ ਹੈ। ਸੋ ਜੀਵਿਆ ਜਿਸ ਮਨ ਬਸਿਆ, ਸੋਈ ਨਾਨਕ ਕਬਰ ਨਾ ਜੀਵੈ ਕੋਈ। ਭਾਵ ਇਹ ਹੈ ਵੀ ਉਹਦੇ ਨਾਲ ਹੀ ਮੇਰੇ ਸਾਹ ਚੱਲਦੇ ਹੈ, ਮਾਲਕ ਦੀ ਯਾਦ ਦੇ ਨਾਲ। ਇਸ ਲਈ ਪ੍ਰੀਤ ਇੰਨੀ ਕੁ ਹੋਵੇ ਸੱਚ ਦੇ ਨਾਲ, ਮਾਲਕ ਜੀ ਦੀ ਯਾਦ ਦੇ ਨਾਲ, ਵੀ ਉਹ ਤੋਂ ਇੱਕ ਵੀ ਪਲ ਵਿਛੜਿਆ ਨਹੀਂ ਜਾਂਦਾ। ਜੇ ਮੈਂ ਇੱਕ ਪਲ ਵੀ ਉਹਨੂੰ ਚੇਤੇ ਤੋਂ ਭੁਲਾਉਣਾ ਹਾਂ, ਮੇਰੇ ਲਈ ਪਤਾ ਨਹੀਂ ਕਿੰਨੇ ਕੁ ਸਾਲ ਬਣ ਜਾਂਦੇ ਆ। ਤਾਂ ਤਾਂ ਬਾਬਾ ਰਵਿਦਾਸ ਸਾਹਿਬ ਜੀ ਦੇ ਪਾਵਨ ਬੋਲ ਨੇ ਨਾ, ਬਹੁਤ ਜਨਮ ਬਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ। ਉਹ ਕਹਿਣ ਦਾ ਭਾਵ ਇਹੋ ਹੈ ਵੀ ਬੜਾ ਲੰਬਾ ਚਿਰ ਮੈਂ ਤੇਰੇ ਨਾਲੋਂ ਗੈਪ ਪਾ ਕੇ ਰੱਖਿਆ, ਦੂਰੀ ਬਣਾ ਕੇ ਰੱਖੀ, ਇਹ ਜਨਮ ਤੁਮਾਰੇ ਲੇਕੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਤੇ ਸਤਿਗੁਰੂ ਕਹਿੰਦੇ ਮੁਕੰਦ ਮੁਕੰਦ ਹਮਾਰੇ ਪ੍ਰਾਨੰ, ਜਪ ਮੁਕੰਦ ਮਸਤਕ ਨਿਸ਼ਾਨੰ। ਤੇ ਉਹਦੇ ਹੁਕਮ ਦੇ ਵਿੱਚ ਜਦੋਂ ਜ਼ਿੰਦਗੀ ਸ਼ੁਰੂ ਹੋ ਜਾਂਦੀਆਂ ਨੇ, ਫਿਰ ਮੱਥੇ ਦੇ ਭਾਗ ਚੰਗੇ ਬਣਦੇ ਆ। ਭਾਵ ਇਹ ਵੀ ਕਰਮ ਚੰਗੇ ਹੋ ਜਾਂਦੇ, ਸਿੱਧੇ ਹੋ ਜਾਂਦੇ, ਤੇ ਸਿੱਧੇ ਕਰਮਾਂ ਦਾ ਨਤੀਜਾ ਸਿੱਧਾ ਹੀ ਮਿਲਦਾ। ਫਿਰ ਸੇਮ ਮੁਕੰਦ ਕਰੈ ਬੈਰਾਗੀ। ਜਿਹਨੇ ਮਾਲਕ ਨੂੰ ਅਰਾਧ ਲਿਆ, ਮੁਕਤੀ ਦੇ ਦਾਤੇ ਨੂੰ ਜਪ ਲਿਆ, ਉਹ ਵੈਰਾਗੀ ਹੋ ਜਾਂਦਾ ਹੈ। ਵੈਰਾਗੀ ਹੋਣ ਦਾ ਮਤਲਬ ਹੈ ਵਿਕਾਰਾਂ ਪਾਸੋਂ ਵੈਰਾਗ ਪੈਦਾ ਕਰ ਲੈਣਾ, ਉਪਰਾਮ ਹੋ ਜਾਣਾ। ਵੈਕਾਰਾਂ ਪਾਸੋਂ, ਜਿੰਨੇ ਵਿਕਾਰ ਨੇ ਜ਼ਿੰਦਗੀ ਦੇ ਵਿੱਚ, ਕਰਮ ਕਾਂਡ ਹੈ, ਉਹਨਾਂ ਪਾਸੋਂ ਮੁੱਖ ਮੋੜ ਲੈਣ ਨੂੰ ਵੈਰਾਗੀ ਹੋਣਾ ਕਿਹਾ ਜਾਂਦਾ ਹੈ। ਉਹਨਾਂ ਪਾਸੋਂ ਪਰੇ ਹੋਣਾ, ਵੈਰਾਗੀ ਹੋ ਜਾਣਾ, ਵੈਰਾਗ ਪੈਦਾ ਕਰ ਲੈਣਾ। ਤੇ ਸਤਿਗੁਰੂ ਕਹਿੰਦੇ ਸੇਵ ਮੁਕੰਦ ਕਰੈ ਬੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਦੀ। ਤੇ ਮੈਨੂੰ ਗਰੀਬ ਨੂੰ ਪ੍ਰਭੂ ਦਾ ਨਾਮ ਧਨ ਮਿਲ ਗਿਆ। ਹੁਣ ਮਾਲਕ ਜੀ ਦੇ ਨਾਮ ਦਾ ਧਨ, ਭਾਵ ਉਹਦੇ ਗੁਣਾਂ ਦਾ ਧਨ, ਉਹਦੇ ਅਦਬ ਦਾ, ਉਹਦੇ ਸਤਿਕਾਰ ਦਾ ਧਨ ਮਿਲ ਗਿਆ। ਹੁਣ ਉਹਦੇ ਭਾਣੇ ਦੇ ਵਿੱਚ ਮੈਂ ਜ਼ਿੰਦਗੀ ਬਤੀਤ ਕਰ ਰਿਹਾ। ਤੇ ਇੱਕ ਗੱਲ ਨੂੰ ਸਮਝਿਓ, ਬੰਦੇ ਨੂੰ ਨਾ ਗੁਣ ਕਿਤੋਂ ਲੱਭਣ ਦੀ ਲੋੜ ਨਹੀਂ ਹੈ। ਜਿੱਦਣ ਉਹਦੇ ਡਰ ਦੇ ਵਿੱਚੋਂ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਨਾ, ਵੀ ਉਹ ਮਾਲਕ ਮੈਨੂੰ ਹਰ ਥਾਂ ਵੇਖਦਾ, ਉਹ ਸਾਰੇ ਕੰਮ ਹੀ ਫਿਰ ਸਿੱਧੇ ਹੋਣਗੇ। ਉਹੀ ਵੱਡੇ ਗੁਣ ਹੈ।
ਤੇ ਸਤਿਗੁਰੂ ਕਹਿੰਦੇ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾਂ ਕਰੈ ਸੰਸਾਰ। ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰ ਦੇਵੇ, ਉਹ ਮਾਲਕ, ਉਹ ਮੁਕਤੀ ਦਾ ਦਾਤਾ, ਜੇ ਮੈਂ ਉਹਦੀ ਮਿਹਰ ਦਾ ਪਾਤਰ ਬਣ ਜਾਵਾਂ, ਹਮਰਾ ਕਹਾਂ ਕਰੈ ਸੰਸਾਰ। ਤੇ ਕਹਿੰਦੇ ਦੁਨੀਆ ਦੇ ਲੋਕ ਜਾਂ ਲੋਕ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ। ਮਤਲਬ ਇਹ ਹੈ, ਵਿਗਾੜਨ ਦਾ ਮਤਲਬ ਇਹ ਹੈ ਵੀ ਦੁਨੀਆ ਦੀਆਂ ਤਾਕਤਾਂ, ਦੁਨੀਆ ਦੀਆਂ ਜਿੰਨੀਆਂ ਹਵਾਵਾਂ ਵਗਦੀਆਂ ਨੇ, ਮੇਰਾ ਕੁਝ ਨਹੀਂ ਕਰ ਸਕਦੀਆਂ ਜੇ ਮੈਂ ਉਹਦੇ ਹੁਕਮ ਦੇ ਵਿੱਚ ਆ। ਲਹਿਰਾਂ ਬੜੀਆਂ ਨੇ, ਬੜਾ ਕੁਛ ਚੱਲਦਾ, ਬਹੁਤ ਚੀਜ਼ਾਂ ਦਾ ਪ੍ਰਭਾਵ ਬੰਦੇ ਉੱਤੇ ਪੈ ਜਾਂਦਾ, ਪਰ ਜੇ ਉਹ ਮਾਲਕ ਦੇ ਹੁਕਮ ਦੇ ਵਿੱਚ ਆ ਮੈਂ, ਤੇ ਦੁਨੀਆ ਕੁਝ ਵੀ ਨਹੀਂ ਕਰ ਸਕਦੀ ਮੈਨੂੰ, ਦੁਨੀਆ ਦੀ ਹਵਾ ਮੈਨੂੰ ਪੋ ਨਹੀਂ ਸਕਦੀ। ਹਮਰਾ ਕਹਾਂ ਕਰੈ ਸੰਸਾਰ। ਕਹਿੰਦੇ ਮਿੱਟੀ ਜ਼ਾਤ ਹੋਏ ਦਰਬਾਰ। ਜ਼ਾਤ ਨੀਵੀਂ ਜ਼ਾਤ ਭਾਵ ਢਹਿੰਦੀ ਕਲਾ ਮੇਰੀ ਖਤਮ ਹੋ ਗਈ, ਮਾਲਕ ਦਾ ਮੈਂ ਦਰਬਾਰੀ ਬਣ ਗਿਆ। ਤੂੰ ਹੀ ਮੁਕੰਦ ਜੋਗ ਜੁਗਤਾਰ। ਕਹਿੰਦੇ ਤੂੰ ਸਦਾ ਮੈਨੂੰ ਦੁਨੀਆ ਦੇ ਬੰਧਨਾਂ ਤੋਂ, ਮਥਾਜੀਆਂ ਤੋਂ ਪਾਰ ਲੰਘਾਉਣ ਵਾਲਾ ਹੈ। ਉਪਜੋ ਗਿਆਨ ਹੁਆ ਪ੍ਰਕਾਸ਼, ਕਰ ਕਿਰਪਾ ਲੀਨੇ ਕੀਟ ਦਾਸ। ਕਹਿੰਦੇ ਤੇਰੀ ਸੁਰਤ, ਤੇਰੇ ਗਿਆਨ ਦਾ ਮੇਰੀ ਸੁਰਤ ਦੇ ਵਿੱਚ ਪ੍ਰਕਾਸ਼ ਹੋ ਗਿਆ, ਤੇਰੀ ਸਮਝ ਦਾ, ਤੇਰੀ ਹੋਂਦ ਦਾ ਜਦੋਂ ਵੀ ਪ੍ਰਕਾਸ਼ ਸੁਰਤ ਵਿੱਚ ਹੋ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਉਪਜਿਓ ਗਿਆਨ ਹੁਆ ਪ੍ਰਕਾਸ਼, ਕਰ ਕਿਰਪਾ ਲੀਨੇ ਕੀਟ ਦਾਸ। ਫਿਰ ਮੈਂ ਗਰੀਬ ਨੂੰ, ਮੈਂ ਕੀਟ ਨੂੰ ਮਾਲਕ ਰੱਖ ਲੈਂਦਾ ਹੈ। ਉਹਦਾ ਅਹਿਸਾਸ ਪੈਦਾ ਕਰਨਾ ਵੱਡੀ ਬਾਤ ਹੈ। ਇਸ ਲਈ ਮਾਲਕ ਜੀ ਪ੍ਰਤੀ ਗਿਆਨ ਹੈ ਨਾ ਜਿਹੜਾ, ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰੋ। ਕੱਲਾ ਰੱਬ ਰੱਬ ਕਰ ਲੈਣਾ ਜਾਂ ਰੱਬ ਬਹੁਤ ਵੱਡਾ ਹੈ, ਰੱਬ ਐਡਾ, ਇਹ ਗੱਲਾਂ ਕਰਨੀਆਂ ਸਿਰਫ ਸੌਖੀਆਂ ਨੇ, ਜਾਂ ਏਦਾਂ ਕਹਿ ਲਓ ਇਹਨਾਂ ਗੱਲਾਂ ਦੇ ਨਾਲ ਕੁਝ ਨਹੀਂ ਹੋ ਜਾਣਾ ਹੁੰਦਾ। ਉਸ ਚੀਜ਼ ਦਾ ਅਹਿਸਾਸ ਪੈਦਾ ਕਰਨਾ ਵੱਡੀ ਗੱਲ ਹੈ। ਇੱਕ ਦਿਨ ਪਹਿਲਾਂ ਵੀ ਸਮਝ, ਗਿਆਨ ਹੋਣਾ ਜਿਹੜੀ ਹੈ ਵੱਡੀ ਗੱਲ ਨਹੀਂ ਹੈ। ਗਿਆਨਵਾਨ ਤਾਂ ਬੜੇ ਲੋਕ ਨੇ, ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਵੱਡੀ ਬਾਤ ਹੈ, ਇਹ ਵੱਡੀ ਗੱਲ ਹੈ। ਕੱਲਾ ਗਿਆਨਵਾਨ ਹੋ ਜਾਣਾ ਜ਼ਰੂਰੀ ਨਹੀਂ ਹੁੰਦਾ, ਗਿਆਨ ਤਾਂ ਬਹੁਤ ਹੈ, ਪਰ ਉਸ ਚੀਜ਼ ਨੂੰ ਲਾਗੂ ਵੀ ਕਰਨਾ ਹੁੰਦਾ। ਤੇ ਸਤਿਗੁਰੂ ਕਹਿੰਦੇ ਕਰ ਕਿਰਪਾ ਲੀਨੇ ਕੀਟ ਦਾਸ, ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ, ਜਪ ਮੁਕੰਦ ਸੇਵਾ ਤਾਹੂ ਕੀ। ਤੇ ਬਾਬਾ ਰਵਿਦਾਸ ਸਾਹਿਬ ਕਹਿੰਦੇ ਤੇਰੇ ਨਾਲ ਜੁੜ ਕੇ ਤ੍ਰਿਸ਼ਨਾ ਖਤਮ ਹੋ ਚੁੱਕੀ ਹੈ, ਜਪ ਮੁਕੰਦ ਸੇਵਾ ਤਾਹੂ ਕੀ। ਮਾਲਕ ਨੂੰ ਮੈਂ ਸਿਮਰਨਾ ਹਾਂ, ਇਹੋ ਹੀ ਨਿਤ ਮਾਲਕ ਦੀ ਸੇਵਾ ਹੈ। ਮਾਲਕ ਦੀ ਸਭ ਤੋਂ ਵੱਡੀ ਸੇਵਾ ਉਦੋਂ ਸਿਮਰਨਾ ਹੁੰਦਾ ਹੈ, ਭਾਵ ਉਹਨੂੰ ਚੇਤੇ ਰੱਖਣਾ, ਉਹਨੂੰ ਯਾਦ ਰੱਖਣਾ, ਉਹਦੇ ਭਾਣੇ ਵਿੱਚ ਤੁਰਨਾ ਮਾਲਕ ਦੀ ਸਭ ਤੋਂ ਵੱਡੀ ਸੇਵਾ ਹੈ। ਪਰਮਾਤਮਾ ਦੀ ਸੇਵਾ ਕੀ ਹੈ? ਉਹਦੇ ਭਾਣੇ ਵਿੱਚ ਤੁਰਨਾ, ਉਹਦਾ ਅਦਬ ਕਰਨਾ, ਉਹਦਾ ਸਤਿਕਾਰ ਕਰਨਾ, ਉਹਦੀ ਹਰੇਕ ਗੱਲ ਨੂੰ ਮੰਨਣਾ, ਇਹ ਵੱਡਾ ਸਤਿਕਾਰ ਹੁੰਦਾ ਹੈ। ਇਸ ਲਈ ਕੋਸ਼ਿਸ਼ ਕਰੋ ਮਾਲਕ ਜੀ ਦੇ ਭਾਣੇ ਵਿੱਚ ਤੁਰਨ ਦਾ ਯਤਨ ਕਰੀਏ, ਇਹੋ ਹੀ ਮਾਲਕ ਦੀ ਸੇਵਾ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਰੱਬ ਦੀ, ਅਸੀਂ ਗੁਰੂ ਦੀ ਸੇਵਾ ਕਰ ਸਕੀਏ। ਤੇ ਸਤਿਗੁਰੂ ਦੀ ਪਾਵਨ ਬਾਣੀ ਦਾ ਨਿਰਣਾ ਗੱਲ ਨੂੰ ਮੰਨ ਲੈਣਾ ਸਭ ਤੋਂ ਵੱਡੀ ਸੇਵਾ ਹੈ। ਆਓ ਗੁਰੂ ਦੀ ਗੱਲ ਨੂੰ ਮੰਨੀਏ, ਮਾਲਕ ਦੀ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕਰੀਏ, ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਉਹ ਮੁਕਤੀ ਦਾਤਾ ਸਾਡੀ ਜ਼ਿੰਦਗੀ ਵਿੱਚ ਆ ਸਕਦਾ ਹੈ ਤੇ ਸਾਨੂੰ ਬੰਧਨਾਂ ਤੋਂ ਮੁਕਤ ਕਰਾ ਸਕਦਾ। ਉਹਦੇ ਭਾਣੇ ਵਿੱਚ ਜ਼ਿੰਦਗੀ ਹੋਵੇ, ਦਾਤਾ ਰਹਿਮਤ ਕਰੇ। ਬਾਬਾ ਰਵਿਦਾਸ ਸਾਹਿਬ ਜੀ ਦਾ ਪਾਵਨ ਸ਼ਬਦ ਗੁਣ ਰਾਗ ਵਿੱਚੋਂ ਵਿਚਾਰਿਆ, ਸਮਝਦਿਆਂ ਵਿਚਾਰਦਿਆਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਕ ਨੇ। ਸਰਬੱਤ ਸੰਗਤਾਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।